ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਹੱਲ ਕਰਾਂਗੇ 8th ਕਲਾਸ ਦਾ ਸਾਇੰਸ ਦਾ ਜੋ ਪੈਸ ਨਾਲ ਸੰਬੰਧਿਤ ਫਾਈਨਲ ਪੇਪਰ ਹੋਇਆ ਸੀ 13 ਨਵੰਬਰ ਵਾਲਾ। ਉਸ ਦੇ ਸਹੀ ਉੱਤਰ ਆਪਾਂ ਜਾਣਾਂਗੇ ਬੇਟਾ। ਤੁਸੀਂ ਆਪਣੇ ਉੱਤਰਾਂ ਦਾ ਮਿਲਾਨ ਕਰਨਾ ਵੀ ਤੁਹਾਡੇ ਉੱਤਰ ਜੋ ਸਹੀ ਹਨ ਜਾਂ ਨਹੀਂ। ਜੀ ਤੁਹਾਡੇ ਮੈਨੂੰ ਉਮੀਦ ਆ ਤੁਹਾਡੇ ਉੱਤਰ ਸਹੀ ਹੋਣਗੇ। ਸਟਾਰਟ ਕਰਦੇ ਹਾਂ ਬੇਟਾ ਫਸਟ ਕੁਐਸਚਨ ਤੋਂ। ਪਹਿਲਾ ਕੁਐਸਚਨ, ਸੰਦੀਪ ਨੇ ਬਲਬ ਦੇ ਇੱਕ ਸਿਰੇ ਨੂੰ ਬੈਟਰੀ ਦੇ ਧਨ ਟਰਮੀਨਲ ਤਾਂਬੇ ਦੀ ਤਾਰ ਨਾਲ ਜੋੜਿਆ ਅਤੇ ਬਲਬ ਦੇ ਦੂਸਰੇ ਸਿਰੇ ਨੂੰ ਬੈਟਰੀ ਦੇ ਰਿਣ ਟਰਮੀਨਲ ਨਾਲ ਪਲਾਸਟਿਕ ਦੀ ਤਾਰ ਨਾਲ ਜੋੜਿਆ। ਠੀਕ ਹੈ, ਇੱਕ ਨੂੰ ਤਾਂਬੇ ਦੀ ਤਾਰ ਨਾਲ, ਇੱਕ ਨੂੰ ਪਲਾਸਟਿਕ ਦੀ ਤਾਰ ਨਾਲ। ਪਰ ਬਲਬ ਨਹੀਂ ਜਗਿਆ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਸਾਰੇ ਬੱਚਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕੀ ਕਾਰਨ ਹੋ ਸਕਦਾ ਵੀ ਜਿਹੜੀ ਪਲਾਸਟਿਕ ਦੀ ਤਾਰ ਹੈ ਉਹ ਕੀ ਹੈ? ਪਲਾਸਟਿਕ ਹੈ ਜੋ ਬਿਜਲੀ ਦਾ ਕੁਚਾਲਕ ਹੈ। ਬਲਬ ਖਰਾਬ ਹੈ, ਇਹ ਵੀ ਗਲਤ ਹੈ। ਬੈਟਰੀ ਚਾਰਜ ਨਹੀਂ ਹੈ, ਗਲਤ ਹੈ। ਕਨੈਕਸ਼ਨ ਸਹੀ ਨਹੀਂ ਹਨ, ਇਹ ਵੀ ਗਲਤ ਹੈ। ਪਲਾਸਟਿਕ ਦੀ ਤਾਰ ਬਿਜਲੀ ਦੀ ਕੁਚਾਲਕ ਹੈ। ਪਲਾਸਟਿਕ ਵਾਇਰ ਇਜ਼ ਅ ਨੋਨ ਕੰਡਕਟਰ ਆਫ ਇਲੈਕਟ੍ਰੀਸਿਟੀ। ਇਹ ਸਹੀ ਆਉਣਾ ਸੀ। ਸੈਕਿੰਡ, ਅਮਨ ਅਤੇ ਰਮਨ ਨੇ ਪੂਰਨਮਾਸ਼ੀ ਦੀ ਇੱਕ ਰਾਤ ਆਸਮਾਨ ਵੱਲ ਵੇਖਿਆ ਕਿ ਬਹੁਤ ਸਾਰੇ ਖਗੋਲੀ ਪਿੰਡ ਦਿਖਾਈ ਦੇ ਰਹੇ ਸਨ, ਪਰ ਆਕਾਸ਼ ਨੇ ਦੇਖਿਆ ਕਿ ਇੱਕ ਖਗੋਲੀ ਪਿੰਡ ਸਭ ਤੋਂ ਵੱਧ ਚਮਕ ਰਿਹਾ ਸੀ। ਉਹ ਖਗੋਲੀ ਪਿੰਡ ਕਿਹੜਾ ਹੋ ਸਕਦਾ ਹੈ? ਕਿਹੜਾ ਹੋ ਸਕਦਾ ਵੀ? ਪੂਰਨਮਾਸ਼ੀ ਵਾਲੇ ਦਿਨ ਸਭ ਤੋਂ ਵੱਧ ਕੌਣ ਚਮਕਦਾ ਹੈ? ਚੰਦਰਮਾ, ਮੂਨ। ਗੀਤਾ ਨੇ ਦੇਖਿਆ ਕਿ ਉਸਦੇ ਦੋਸਤ ਮਿੱਟੀ ਵਿੱਚੋਂ ਲੋਹ ਚੂਰਨ ਨੂੰ ਵਾਕ ਕਰਨ ਦੇ ਲਈ ਵੱਖ-ਵੱਖ ਤਰਕੀਬਾਂ ਲਗਾ ਰਹੇ ਸਨ। ਗੀਤਾ ਨੇ ਲੋਹ ਚੂਰਨ ਨੂੰ ਮਿੱਟੀ ਵਿੱਚੋਂ ਵਾਕ ਕਰਨ ਲਈ ਤਰਕੀਬ ਦੱਸੀ ਹੈ। ਉਹ ਤਰਕੀਬ ਕਿਹੜੀ ਹੋ ਸਕਦੀ ਹੈ? ਕਿਹੜੀ ਤਰਕੀਬ ਹੋ ਸਕਦੀ ਹੈ ਵੀ? ਲੋਹੇ ਨੂੰ ਸਭ ਤੋਂ ਵੱਧ ਅਟਰੈਕਟ ਹੈ ਜਿਹੜਾ ਆਪਣੇ ਵੱਲ ਕੌਣ ਖਿੱਚਦਾ ਹੈ? ਚੁੰਬਕ। ਮਿੱਟੀ ਨੂੰ ਛਾਣ ਕੇ, ਮਿੱਟੀ ਨੂੰ ਪਾਣੀ ਨਾਲ ਧੋ ਕੇ ਇਹਨਾਂ ਨਾਲ ਆਪਾਂ ਨਹੀਂ ਕਰ ਸਕਦੇ ਵੱਖ, ਤਾਂ ਕਿਵੇਂ ਵੱਖ ਕਰ ਸਕਦੇ ਆਪਾਂ? ਚੁੰਬਕ ਦੀ ਮਦਦ ਨਾਲ। ਅਗਲਾ, ਸੰਜੀਵ ਦੇ ਮਾਤਾ ਜੀ ਨੇ ਇੱਕ ਰਾਤ 2 ਕਿਲੋ ਦੁੱਧ ਵਿੱਚ ਥੋੜ੍ਹਾ ਜਿਹਾ ਦਹੀਂ ਮਿਲਾ ਦਿੱਤਾ। ਅਗਲੀ ਸਵੇਰ ਦੇਖਿਆ ਕਿ ਉਹ ਸਾਰਾ ਦੁੱਧ ਦਹੀਂ ਵਿੱਚ ਬਦਲ ਗਿਆ ਹੈ। ਅਜਿਹਾ ਕਿਸ ਕਾਰਨ ਹੋਇਆ ਹੈ? ਇਹ ਹੋਇਆ ਵੀ ਦੁੱਧ ਜੰਮ ਗਿਆ ਨਾ। ਦੁੱਧ ਖਰਾਬ ਹੋਣ ਕਾਰਨ, ਲੈਕਟੋਬੈਸੀਲਸ ਨਾਂ ਦੇ ਜੀਵਾਣੂ ਕਾਰਨ, ਉਪਰੋਕਤ ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ। ਕਿਹੜਾ ਆਪਸ਼ਨ ਸਹੀ ਹੈ? ਡਿਊ ਟੂ ਲੈਕਟੋਬੈਸੀਲਸ ਬੈਕਟੀਰੀਆ। ਇਸ ਜੀਵਾਣੂ ਕਾਰਨ ਇਹ ਹੋ ਜਾਂਦਾ ਕਿਉਂਕਿ ਇਹ ਜੀਵਾਣੂ ਇਹਨੂੰ ਜਮਾ ਦਿੰਦਾ ਦੁੱਧ ਨੂੰ, ਜਿਹਨੂੰ ਆਪਾਂ ਦਹੀਂ ਬੋਲਦੇ ਹਾਂ। ਰੀਤੂ ਦੀ ਮਾਂ ਪਾਣੀ, ਚਾਵਲ ਅਤੇ ਖੰਡ ਦੇ ਭੰਡਾਰਨ ਲਈ ਹਮੇਸ਼ਾ PET ਪੈਟ ਪੋਲੀਈਥਿਲੀਨ ਟੈਰੀਪਥਾਲੇਟ ਦੀਆਂ ਬੋਤਲਾਂ ਅਤੇ ਜਾਰ ਖਰੀਦ ਕਰਦੀ ਹੈ। ਪੈਟ ਕਿਸ ਕਿਸਮ ਦਾ ਪਦਾਰਥ ਹੈ? ਕਿਹੜਾ ਹੈ ਇਹ ਵੀ? ਕਿਹੜੀ ਕਿਸਮ ਦਾ ਪਦਾਰਥ ਹੈ ਇਹ? ਪੋਲੀਐਸਟਰ। ਇਟ ਦਾ ਫਾਰਮ ਆਫ ਪੋਲੀਮਰ। ਪੋਲੀਐਸਟਰ ਹੈ ਇੱਕ। ਸਾਨੀਆ ਦੇ ਸਾਇੰਸ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਇੱਕ ਅਜਿਹੀ ਧਾਤ ਵੀ ਹੈ ਜਿਸ ਨੂੰ ਖੁੱਲ੍ਹੀ ਹਵਾ ਵਿੱਚ ਰੱਖਦਿਆਂ ਉਸ ਨੂੰ ਅੱਗ ਲੱਗ ਜਾਂਦੀ ਹੈ। ਇਸ ਲਈ ਉਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਉਸ ਧਾਤ ਦਾ ਕੀ ਨਾਮ ਹੈ? ਮੋਸਟ ਇੰਪੋਰਟੈਂਟ, ਵੈਰੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹ ਕਿਹੜੀ ਧਾਤ ਹੁੰਦੀ ਹੈ? ਸੋਡੀਅਮ। ਇੱਕ ਇਹਦੇ ਲਈ ਕੁਐਸਚਨ ਇਹ ਵੀ ਹੈ ਵੀ ਇਸ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ। ਤਾਂ 2 ਧਾਤਾਂ ਹੁੰਦੀਆਂ, ਸੋਡੀਅਮ ਅਤੇ ਪੋਟਾਸ਼ੀਅਮ, ਨੂੰ ਚਾਕੂ ਨਾਲ ਵੀ ਕੱਟਿਆ ਜਾ ਸਕਦਾ। ਮਤਲਬ ਨਰਮ ਵੀ ਬਹੁਤ ਜ਼ਿਆਦਾ ਹੁੰਦੀਆਂ ਇਹ, ਪਰ ਜਿਹਨੂੰ ਆਪਾਂ ਮਿੱਟੀ ਦੇ ਤੇਲ ਵਿੱਚ ਰੱਖਦੇ ਹਾਂ ਉਹ ਕਿਹੜੀ ਧਾਤ ਹੁੰਦੀ ਹੈ? ਸੋਡੀਅਮ ਹੁੰਦੀ ਹੈ। ਸੰਜੀਵ ਨੇ ਵਿਗਿਆਨ ਦੀ ਪੁਸਤਕ ਵਿੱਚ ਪੜ੍ਹਿਆ ਕਿ ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਿਆ ਜਾਂਦਾ ਹੈ। ਉਹ ਰੇਸ਼ਮ ਦੇ ਜੀਵਨ ਚੱਕਰ ਬਾਰੇ ਜਾਣਨਾ ਚਾਹੁੰਦਾ ਹੈ। ਕੀ ਤੁਸੀਂ ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਸਹੀ ਕ੍ਰਮ ਦੱਸ ਸਕਦੇ ਹੋ? ਦੱਸ ਸਕਦੇ ਨਾ ਬੇਟਾ। ਆਪਾਂ ਪੜ੍ਹਿਆ ਪਹਿਲਾਂ ਅੰਡਾ, ਫਿਰ ਉਦੋਂ ਬਾਅਦ ਲਾਰਵਾ ਥੋੜ੍ਹਾ ਜਿਹਾ ਵਿਕਸਿਤ ਹੁੰਦਾ, ਪਿਊਪਾ, ਠੀਕ ਹੈ, ਉਦੋਂ ਬਾਅਦ ਪ੍ਰੌੜ, ਮਤਲਬ ਅਡਲਟ ਫਾਰਮ ਉਹਦੀ ਆ ਜਾਂਦੀ ਹੈ। ਪਹਿਲੀ ਕੁਐਸਚਨ ਇਸ ਲਈ ਸਹੀ ਬਣਨੀ ਸੀ। 8ਵਾਂ ਕੁਐਸਚਨ, ਮੈਂ ਬਾਜ਼ਾਰ ਵਿੱਚੋਂ ਜੈਮ ਦੀ ਬੋਤਲ ਖਰੀਦੀ ਅਤੇ ਘਰ ਆ ਕੇ ਉਸ ਉੱਪਰ ਲਿਖੀ ਸਮੱਗਰੀ ਨੂੰ ਪੜ੍ਹਨ ਲੱਗ ਪਈ। ਉਸ ਉੱਪਰ ਇੱਕ ਨਾਮ ਉਹ ਸੀ ਜਿਸ ਨੂੰ ਅਸੀਂ ਹਰ ਸਮੇਂ ਆਪਣੀ ਰਸੋਈ ਵਿੱਚ ਵਰਤਦੇ ਹਾਂ ਅਤੇ ਜਿਸ ਨੂੰ ਜੈਮ ਵਿੱਚ ਮਿਲਾਉਣ ਨਾਲ ਉਹ ਵੀ ਸੁਰੱਖਿਅਤ ਰਹਿੰਦਾ ਹੈ। ਇਹ ਜੈਮ ਵਿੱਚ ਨਮੀ ਦੀ ਮਾਤਰਾ ਨੂੰ ਘੱਟ ਕਰਕੇ ਉਹਨਾਂ ਵਿੱਚ ਜੀਵਾਣੂਆਂ ਦੇ ਵਾਧੇ ਨੂੰ ਰੋਕਦੀ ਹੈ। ਉਸ ਦਾ ਨਾਮ ਕੀ ਹੈ ਜਿਹੜਾ ਆਪਾਂ ਮਿਲਾਉਂਦੇ ਹਾਂ? ਮਿਰਚ, ਚੀਨੀ, ਸਿਰਕਾ। ਉਕਤ ਵਿੱਚੋਂ ਕੀ ਨਹੀਂ? ਕੋਈ ਨਹੀਂ। ਕਿਹੜਾ ਹੋਣਾ ਵੀ? ਚੀਨੀ, ਸ਼ੂਗਰ। ਠੀਕ ਹੈ, ਸ਼ੂਗਰ ਆ ਜਿਹੜੀ ਇਹਦੀ ਨਮੀ ਦੀ ਮਾਤਰਾ ਨੂੰ ਘੱਟ ਕਰਦੀ ਹੈ ਅਤੇ ਇਹਦੇ ਜੀਵਾਣੂਆਂ ਵਿੱਚ
ਵਾਧੇ ਨੂੰ ਰੋਕਦੀ ਹੈ, ਮਤਲਬ ਇਹ ਸਹੀ ਰਹਿੰਦਾ, ਉਹਦੇ ਨਾਲ ਖਰਾਬ ਨਹੀਂ ਹੁੰਦਾ। ਠੀਕ ਹੈ ਜੀ। 9ਵਾਂ, ਮੇਰੀ ਬੇਟੀ ਨੂੰ ਕੁੱਤੇ ਦੇ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ ਬਹੁਤ ਪਸੰਦ ਹੈ। ਇੱਕ ਦਿਨ ਉਸਨੇ ਮੈਨੂੰ ਪੁੱਛਿਆ ਕਿ ਛੋਟੇ ਕੁੱਤੇ ਕਿੱਥੋਂ ਆ ਜਾਂਦੇ ਨੇ, ਤਾਂ ਇਸ 'ਤੇ ਮੈਂ ਉੱਤਰ ਦਿੱਤਾ ਕਿ ਇਹ ਇੱਕ ਵਿਧੀ ਹੈ ਜੋ ਪ੍ਰਜਾਤੀਆਂ ਦੀ ਲਗਾਤਾਰ ਹੋਂਦ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਵਿਧੀ ਵਿੱਚ ਇੱਕੋ ਕਿਸਮ ਦੇ ਜੀਵ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਵਾਧਾ ਦਰਸਾਉਂਦੇ ਹਨ। ਇਸ ਵਿਧੀ ਦਾ ਨਾਂ ਹੈ, ਕੀ ਨਾਮ ਬੇਟਾ ਇਸ ਵਿਧੀ ਦਾ? ਪ੍ਰਜਨਨ। ਇਹਦੇ ਵਿੱਚ ਇੱਕ ਪੀੜ੍ਹੀ ਤੋਂ ਦੂਜੀਆਂ ਪੀੜ੍ਹੀਆਂ ਮਤਲਬ ਲਗਾਤਾਰ ਹੋਂਦ ਦੇ ਵਿੱਚ ਆਉਂਦੀਆਂ। ਇਹ ਵਿਧੀ ਕਿਹੜੀ ਹੈ? ਪ੍ਰਜਨਨ ਹੈ, ਪ੍ਰਜਨਨ। ਅਗਲਾ ਕੁਐਸਚਨ ਦੇਖੋ, ਸਾਡੇ ਸਾਇੰਸ ਟੀਚਰ ਨੇ ਇੱਕ ਪ੍ਰਯੋਗ ਵਿੱਚ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਕਰਕੇ ਦਿਖਾਇਆ। ਅਸੀਂ ਦੇਖਿਆ ਕਿ ਇੱਕ ਇਲੈਕਟ੍ਰੋਡ ਦੇ ਧਨ ਟਰਮੀਨਲ 'ਤੇ ਗੈਸ ਦੇ ਬੁਲਬੁਲੇ ਬਣਨ ਲੱਗ ਪਏ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਗੈਸ ਦੇ ਬੁਲਬੁਲੇ ਬਣੇ ਹੋਣਗੇ? ਦੇਖੋ ਬੇਟਾ, ਇਹ ਆਪਾਂ ਐਕਸਪੈਰੀਮੈਂਟ ਕਰਦੇ ਵੀ ਹੁੰਦੇ ਹਾਂ। ਠੀਕ ਹੈ, ਦੋਵੇਂ ਇਲੈਕਟ੍ਰੋਡਾਂ 'ਤੇ ਗੈਸ ਦੇ ਬੁਲਬੁਲੇ ਬਣਦੇ ਨੇ, ਪਰ ਜਿਹੜੇ ਧਨ ਟਰਮੀਨਲ 'ਤੇ ਗੈਸ ਦੇ ਬੁਲਬੁਲੇ ਬਣਦੇ ਨੇ ਉਹ ਆਕਸੀਜਨ ਗੈਸ ਦੇ ਬਣਦੇ ਹੁੰਦੇ ਨੇ, ਅਤੇ ਜਿਹੜੇ ऋण टर्मिनल वाले पासे गैस के बुलबुले बनते हैं वो हाइड्रोजन गैस के बनते हैं। तो इसलिए सही उत्तर है जोड़ा यदा किहड़ा होना सी? सैकंड ऑप्शन ऑक्सीजन गैस होना सी। गुरसीरत ने देखा कि उसके घर में एक तांबे का बर्तन लंबे समय तो बाहर विहड़े में पिया होया सी। सिली जगह होने करके उस उपर एक हरे रंग की परत जम गई सी। की तुसीं दस सकते हो कि परत किस रसायनिक पदार्थ का मिश्रण हो सकती है? ठीक है, कॉपर आ जोड़ा दो चीज़ों के संपर्क दे विच आया, एक तो नमी के संपर्क दे विच आया, मतलब वाटर के संपर्क दे विच आया, पानी के संपर्क दे विच तो कॉपर हाइड्रोक्साइड भी बनता है एक वो। बाकी गैसिस के संपर्क दे विच आया कार्बन डाइऑक्साइड ऑक्सीजन तो वो कॉपर कार्बोनेट बन जाता, दोनों बन जाते एक तो दो, ये करके वो हरे रंग की परत बनती है। पहला तो दूजा दोनों ये सही आउणगे। फोर्थ ऑप्शन ये सही आएगी, चौथी ऑप्शन। साढ़े साइंस टीचर ने जमात में एक प्रयोग करके दिखाया जिस विच उसने जिंक धात और तेजाब में एक परख नली में पाया। दोनों में क्रिया होने ते गैस पैदा हुई जिसनों परखण लई परख नली के मूँह कोल बलदी हुई माचिस की तीली टीचर ने नेड़े लियांदी, जिस कारण पॉप तो नहीं पैदा हुई। ये किस गैस की पछाण है? किस गैस की पछाण है भी जो मैं तुहानूं करके दिखा दिना। जिंक का किहदे नाल रिएक्शन है? कोई एसिड नाल, तेजाब नाल जिवें आपां इत्थे HCl ले लिया हाइड्रोक्लोरिक तेजाब, तो जिंक का तो क्लोराइड बन जूगा, दो ले लैना मैनूं, जिंक का तो क्लोराइड बन जू तो हाइड्रोजन गैस बाहर निकल जूगी। ठीक है, जी पॉप की आवाज़ आती है वह किहदे करके आती है? प्रोडक्शन ऑफ हाइड्रोजन गैस। तो थर्ड ऑप्शन ये सही बनेगी। एक धात जो बहुत ज़्यादा क्रियाशील है हवा विच खुला रखने ते अग फड़ लैंदी है, इसलिए इसनूं पानी विच रखा जाता है ताकि इसका वायुमंडल विच ऑक्सीजन नाल संपर्क ना होवे। उस धात का की नाम है? की नाम है जी उस धात का? फास्फोरस। ये जिहड़ी बहुत आसानी नाल अग फड़ लैंदी है, इस करके इहदा हवा नाल संपर्क तोड़िया जाता है। हेठ लिखे प्याज के झिल्ली के चित्र नूं लेबल करो, मतलब इहदे भागां दे नाम दसने हैं। जिहड़ा ये भाग आ ए दर्शाया होया इहनूं आपां की बोलदे हुंदे आ बेटा? न्यूक्लियस। आ सैल कंध है, ए बी सैल कंध है, तो सी है जिहड़ा वो सैल द्रव है। देखो किहदे च है, ए की है? केंद्रक, बी सैल कंध है, तो सी सैल द्रव है। बी ऑप्शन ये सही होनी सी दूजी। असीं सारे जानते हैं कि सैल विच केंद्रक हुंदा है, इस केंद्र में धागे वर्गियां संरचनावां भी हुंदियां हन जिन्हां नूं डैश कहा जाता है। इन्हां रचनावां विच जीन्स हुंदे हन जो अनुवंशिकता गुणां नूं एक पीढ़ी तो दूजे पीढ़ी तक स्थानांतरित करते हैं। की बोलते हैं आपां इन्हां नूं? धागे वालियां संरचनावां नूं गुणसूत्र, क्रोमोसोम्स। एक बारी राजवीर अपने दादा जी नाल खेत विच रूड़ी की खाद पाउण गया। वो हैरान सी कि रसायनिक खाद के मुकाबले रूड़ी खाद इन्नी ज़्यादा मात्रा च वरती जाती है। उसके दादा जी ने उसनूं जदों इसके लाभ दसे वो रूड़ी खाद नूं रसायनिक खाद नाल उत्तम मन गया। की तुसीं दस सकते हो राजवीर नूं रूड़ी खाद के किहड़े लाभ बारे पता होएगा, लग्या होएगा?
ਕੀ ਕਰਦੀ ਆ ਵੀ ਰੂੜੀ ਦੀ ਖਾਦ? ਰੂੜੀ ਦੀ ਖਾਦ ਆ ਜਿਹੜੀ ਉਹ ਜਿੱਥੇ ਆਪਾਂ ਸੜਕਦੇ ਹਾਂ ਖੇਤ ਦੇ ਵਿੱਚ ਤਾਂ ਉਹ ਪਾਣੀ ਨੂੰ ਸੋਖਣ ਦੇ ਵਿੱਚ ਮਦਦ ਕਰਦੀ ਹੈ। ਦੇਖੋ ਇਹਦੇ ਲਈ ਆਪਸ਼ਨਾਂ ਨੇ, ਪਾਣੀ ਸੋਖਣ ਵਿੱਚ ਵਾਧਾ, ਮਿੱਟੀ ਪ੍ਰਦੂਸ਼ਣ ਕਰਨਾ, ਮਿੱਟੀ ਨੂੰ ਸਖਤ ਬਣਾਉਣਾ, ਉਪਰੋਕਤ ਵਿੱਚੋਂ ਕੋਈ ਨਹੀਂ। ਕਿਹੜਾ ਆਪਸ਼ਨ ਆਊਗਾ? ਪਹਿਲਾ, ਪਾਣੀ ਸੋਖਣ ਵਿੱਚ ਵਾਧਾ। ਪੈਕਟ ਵਾਲਾ ਦੁੱਧ ਆਮ ਦੁੱਧ ਦੇ ਮੁਕਾਬਲੇ ਵੱਧ ਖਰਾਬ ਨਹੀਂ ਹੁੰਦਾ। ਅਜਿਹਾ ਇਸ ਲਈ ਕਿ ਜਦੋਂ ਦੁੱਧ ਨੂੰ ਇੱਕ ਖਾਸ ਤਾਪਮਾਨ 'ਤੇ ਕੁਝ ਸਮੇਂ ਲਈ ਗਰਮ ਕਰਕੇ ਇੱਕਦਮ ਠੰਡਾ ਕਰ ਲਿਆ ਜਾਵੇ ਤਾਂ ਇਹ ਛੇਤੀ ਨਾਲ ਖਰਾਬ ਹੋਣ ਤੋਂ ਬਚ ਜਾਂਦਾ ਹੈ। ਇਹ ਜਾਣਕਾਰੀ ਪੈਕ 'ਤੇ ਵੀ ਲਿਖੀ ਹੁੰਦੀ ਹੈ। ਇਸ ਵਿਧੀ ਦਾ ਨਾਮ ਦੱਸੋ ਜਿਸ ਨਾਲ ਅਜਿਹਾ ਕੀਤਾ ਜਾਂਦਾ ਹੈ। ਕੀ ਹੈ ਇਸ ਵਿਧੀ ਦਾ ਨਾਮ? ਪਾਸਚਰੀਕ੍ਰਿਤ ਕਰਨਾ, ਪੈਸਚਰਾਈਜੇਸ਼ਨ। ਇਹਦੇ ਵਿੱਚ ਕੀ ਕੀਤਾ ਜਾਂਦਾ? ਇੱਕ ਵਾਰੀ ਉਹਨੂੰ ਗਰਮ ਕੀਤਾ ਜਾਂਦਾ ਮਾਈਲਡ ਟੈਂਪਰੇਚਰ 'ਤੇ, ਫਿਰ ਉਹਨੂੰ ਬਾਅਦ 'ਚ ਠੰਡਾ ਕੀਤਾ ਜਾਂਦਾ ਤਾਂ ਕਿ ਉਹ ਜ਼ਿਆਦਾ ਖਰਾਬ ਨਾ ਹੋਵੇ। 18ਵਾਂ, ਰਮਨ ਦੇ ਦਾਦਾ ਜੀ ਉਸ ਨੂੰ ਖਰੀਫ ਦੀਆਂ ਫਸਲਾਂ ਬਾਰੇ ਦੱਸ ਰਹੇ ਸਨ। ਉਹਨਾਂ ਨੇ ਇੱਕ ਅਜਿਹੀ ਫਸਲ ਦਾ ਨਾਂ ਦੱਸਿਆ ਜਿਸ ਨੂੰ ਉਗਾਉਣ ਲਈ ਬਹੁਤ ਸਾਰੇ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਇਹ ਕੇਵਲ ਵਰਖਾ ਰੁੱਤ ਵਿੱਚ ਹੀ ਬੀਜੀ ਜਾਂਦੀ ਹੈ। ਉਸ ਫਸਲ ਦਾ ਨਾਮ ਦੱਸੋ। ਕਿਹੜੀ ਫਸਲ ਆ ਬੇਟਾ ਇਹ? ਜਿਹੜੀ ਆਪਾਂ ਹੁਣ ਵੱਢੀਆਂ ਨੇ, ਹੈ ਨਾ, ਕਿਹੜੀ ਹੈ? ਚਾਵਲ, ਝੋਨਾ, ਜਿਹਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। 19ਵਾਂ ਕੁਐਸਚਨ, ਰਮਨ ਨੇ ਅੱਜ ਘਰ ਵਿੱਚ ਮਾਤਾ ਜੀ ਨੂੰ ਅਚਾਰ ਬਣਾਉਂਦੇ ਹੋਏ ਦੇਖਿਆ। ਉਸਨੇ ਦੇਖਿਆ ਕਿ ਮਾਤਾ ਜੀ ਨੇ ਅਚਾਰ ਵਿੱਚ ਨਮਕ ਪਾਇਆ। ਕੀ ਤੁਸੀਂ ਦੱਸ ਸਕਦੇ ਹੋ ਕਿ ਅਚਾਰ ਵਿੱਚ ਨਮਕ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਕਿਉਂ ਕੀਤੀ ਜਾਂਦੀ ਹੈ? ਵੀ ਇਹ ਪ੍ਰਜ਼ਰਵੇਟਿਵ ਹੁੰਦਾ, ਪ੍ਰੀਜ਼ਰਵ ਕਰਨ ਲਈ ਵਰਤਿਆ ਜਾਂਦਾ, ਮਤਲਬ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ। ਅਚਾਰ ਜ਼ਿਆਦਾ ਸਮੇਂ ਲਈ ਚੱਲੇ, ਮਤਲਬ ਖਰਾਬ ਨਾ ਹੋਵੇ। ਆਪਸ਼ਨਾਂ ਕੀ ਨੇ? ਅਚਾਰ ਨਮਕੀਨ ਹੀ ਬਣਾਇਆ ਜਾਂਦਾ ਹੈ। ਅਚਾਰ ਨੂੰ ਸੁਰੱਖਿਅਤ ਰੱਖਣ ਲਈ। ਨਮਕ ਕਾਫੀ ਸਸਤਾ ਹੁੰਦਾ ਹੈ। ਉਪਰੋਕਤ ਵਿੱਚੋਂ ਕੋਈ ਨਹੀਂ। ਕਿਹੜੀ ਆਪਸ਼ਨ ਸਹੀ ਆਏਗੀ? ਦੂਜੀ, ਅਚਾਰ ਨੂੰ ਸੁਰੱਖਿਅਤ ਰੱਖਣ ਲਈ। ਪੌਦਿਆਂ ਵਿੱਚ ਪੱਤੇ ਹਰੇ ਰੰਗ ਦੇ ਹਨ ਜਦ ਕਿ ਫੁੱਲ ਅਤੇ ਫਲ ਵੱਖ-ਵੱਖ ਰੰਗਾਂ ਦੇ ਹੁੰਦੇ ਹਨ। ਅਧਿਆਪਕ ਦੱਸ ਰਿਹਾ ਸੀ ਕਿ ਅਜਿਹਾ ਸਿਰਫ ਪੌਦਿਆਂ ਦੇ ਸੈੱਲਾਂ ਵਿੱਚ ਪਾਏ ਜਾਣ ਵਾਲੇ ਖਾਸ ਨਿਕੜੇ ਅੰਗ ਕਾਰਨ ਹੁੰਦਾ ਹੈ। ਕੀ ਤੁਸੀਂ ਬੁੱਝ ਕੇ ਦੱਸੋ? ਹੁਣ ਤੁਸੀਂ ਬੁੱਝ ਕੇ ਦੱਸੋ ਕਿ ਉਹ ਕਿਹੜਾ ਖਾਸ ਨਿਕੜਾ ਅੰਗ ਹੈ। ਕਿਹੜਾ ਹੈ ਵੀ ਉਹ? ਪਲਾਸਟਿਡਸ। ਪਲਾਸਟਿਡਸ ਕਰਕੇ ਪੌਦਿਆਂ ਵਿੱਚ ਫੁੱਲਾਂ ਦੇ ਫਲਾਂ ਜਾਂ ਪੱਤਿਆਂ ਦੇ ਰੰਗ ਅਲੱਗ-ਅਲੱਗ ਹੁੰਦੇ ਨੇ, ਮਤਲਬ ਕਲਰ ਆ ਜਿਹੜਾ ਉਹ ਪਲਾਸਟਿਡ ਦੀ ਵਜ੍ਹਾ ਕਰਕੇ ਹੁੰਦਾ ਹੈ। ਇਹ ਸੀ ਤੁਹਾਡਾ 8ਵੀਂ ਦਾ ਸਾਇੰਸ ਦਾ ਪੇਪਰ ਵੈਸੇ ਨਾਲ ਸੰਬੰਧਿਤ। ਮੈਨੂੰ ਉਮੀਦ ਆ ਤੁਹਾਡੇ ਜਿਹੜੇ ਆਨਸਰ ਤੁਸੀਂ ਦਿੱਤੇ ਸੀ ਉਹ ਸਹੀ ਹੋਣਗੇ। ਧੰਨਵਾਦ।